ਬੱਚਿਓ ਅੱਜ ਦੇ ਇਸ BA 3rd ਸਮੈਸਟਰ ਦੇ ਵਰਚੁਅਲ ਕਲਾਸ ਦੇ ਵਿੱਚ ਤੁਹਾਡਾ ਸਵਾਗਤ ਹੈ। ਅੱਜ ਦੇ ਲੈਕਚਰ ਦੇ ਵਿੱਚ ਅਸੀਂ ਬੇਸਿਕਲੀ ਆਪਣਾ ਜਿਹੜਾ ਕੁਐਸਚਨ ਹੈਗਾ ਜਿਹੜਾ ਡਿਸਕਸ ਕੀਤਾ ਸੀ ਕੱਲ, ਉਹ ਥੋੜਾ ਜਿਹਾ ਰਹਿੰਦਾ ਸੀ, ਉਹਨੂੰ ਅਸੀਂ ਅੱਗੇ ਜਿਹੜਾ ਹੈਗਾ ਵਧਾਵਾਂਗੇ। ਸੋ ਜਿੱਦਾਂ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਜਿਹੜਾ ਪ੍ਰੀਐਂਬਲ ਦਾ ਟੈਕਸਟ ਹੈਗਾ ਉਹਦੇ ਵਿੱਚ ਲਿਖਿਆ ਹੋਇਆ ਅਸੀਂ ਭਾਰਤ ਦੇ ਲੋਕ ਭਾਰਤ ਨੂੰ ਇੱਕ ਪ੍ਰਭੂ ਸੱਤਾ ਸੰਪੰਨ ਲੋਕਤੰਤਰੀ ਗਣਤੰਤਰ ਘੋਸ਼ਿਤ ਕਰਦੇ ਹਾਂ ਅਤੇ ਸਾਰੇ ਨਾਗਰਿਕਾਂ ਨੂੰ ਨਿਆਂ ਸਮਾਜਿਕ ਆਰਥਿਕ ਅਤੇ ਰਾਜਨੀਤਿਕ ਉਸ ਤੋਂ ਬਾਅਦ ਸੁਤੰਤਰਤਾ ਆਦਿ ਥਾਟ ਦੀ ਐਕਸਪ੍ਰੈਸ਼ਨ ਦੀ ਬਲੀਫ ਦੀ ਫੇਥ ਦੀ ਅਤੇ ਵਰਸ਼ਿਪ ਦੀ ਇਕੁਐਲਿਟੀ ਮਤਲਬ ਸਮਾਨਤਾ ਇਹਦੀ ਸਟੇਟਸ ਦੀ ਅਤੇ ਅਪਰਚੂਨਿਟੀ ਦੀ to promote among the fraternity assuring the dignity of individual and unity and integrity of the nation। ਜਿਹੜਾ unity and integrity of nation ਸੀਗਾ, ਇਹ ਵੀ ਜਿਹੜੀ ਮੂਲ ਪ੍ਰਸਤਾਵਨਾ ਸੀਗੀ ਉਹਦੇ ਵਿੱਚ ਇਸ ਸ਼ਬਦ ਨੂੰ ਜਿਹੜਾ ਹੈਗਾ ਇਨਕਲੂਡ ਨਹੀਂ ਕੀਤਾ ਗਿਆ ਸੀ। ਇਹਨੂੰ ਵੀ 1976 ਦੇ ਵਿੱਚ ਜਿਹੜਾ ਆਪਣੇ 42ਵਾਂ ਸੰਵਿਧਾਨਿਕ ਸੰਸ਼ੋਧਨ ਹੋਇਆ ਸੀ, ਉਦੋਂ ਭਾਰਤ ਵਿੱਚ ਐਮਰਜੈਂਸੀ ਲੱਗੀ ਹੋਈ ਸੀ, ਇੰਦਰਾ ਗਾਂਧੀ ਦੀ ਸਰਕਾਰ ਸੀ, ਉਹਨੇ ਸੰਸ਼ੋਧਨ ਲਿਆਂਦਾ ਸੀ ਸੰਸਦ ਦੇ ਵਿੱਚ। ਉਹਦੇ ਦੁਆਰਾ ਸੰਵਿਧਾਨ ਦੇ ਵਿੱਚ ਜਿਹੜੇ ਹੈ ਕਾਫੀ ਜਿਹੜੇ ਹੈ ਬਦਲਾਅ ਲਿਆਂਦੇ ਗਏ ਸੀ। ਸੋ ਯੂਨਿਟੀ ਐਂਡ ਇੰਟੈਗਰਿਟੀ ਜਿਹੜਾ ਸ਼ਬਦ ਹੈ ਏਕਤਾ ਅਤੇ ਅਖੰਡਤਾ, ਉਹਨੂੰ ਵੀ ਜਿਹੜਾ ਆਪਣੇ 1946 ਦੇ ਵਿੱਚ ਜਿਹੜਾ 42ਵਾਂ ਸੰਸ਼ੋਧਨ ਹੋਇਆ ਉਹਦੇ ਦੁਆਰਾ ਸੰਵਿਧਾਨ ਦੇ ਵਿੱਚ ਜਿਹੜਾ ਸੀਗਾ ਅੰਕਿਤ ਜਿਹੜਾ ਹੈ ਕੀਤਾ ਗਿਆ। ਅੱਛਾ, ਹੁਣ ਜਦੋਂ ਅਸੀਂ ਇਹਦੀਆਂ ਵਿਸ਼ੇਸ਼ਤਾਵਾਂ ਦੀ ਗੱਲ ਕਰਦੇ ਹਾਂ ਤਾਂ ਇਹਦੇ ਵਿੱਚ ਇਹ ਧਿਆਨ ਦਿਓ, ਪ੍ਰਭੂ ਸੱਤਾ ਸੰਪੰਨ ਸਮਾਜਵਾਦੀ ਧਰਮ ਨਿਰਪੇਖ ਲੋਕਤੰਤਰੀ ਗਣਤੰਤਰ, ਇਹ ਜਿਹੜੀਆਂ 5 ਜਿਹੜੇ ਆਪਣੇ ਪੁਆਇੰਟ ਹੈਗੇ ਆ, ਇਹ ਬਾਅਦ ਵਿੱਚ ਚੱਲ ਕੇ ਇਹਦੀਆਂ ਵਿਸ਼ੇਸ਼ਤਾਵਾਂ ਮਤਲਬ ਅਗਰ ਜਦੋਂ ਤੁਹਾਨੂੰ ਕੋਈ ਪੁੱਛ ਲਵੇ ਕਿ ਪ੍ਰਸਤਾਵਨਾ ਦੀ ਵਿਸ਼ੇਸ਼ਤਾਵਾਂ ਕੀ ਹੈ, ਤੁਸੀਂ ਪਹਿਲਾਂ ਲਿਖਣਾ ਪ੍ਰਭੂ ਸੱਤਾ ਸੰਪੰਨ, ਫਿਰ ਤੁਸੀਂ ਲਿਖਣਾ ਹੈ ਸਮਾਜਵਾਦੀ, ਫਿਰ ਤੁਸੀਂ ਲਿਖਣਾ ਹੈ ਸੈਕੂਲਰ ਮਤਲਬ ਧਰਮ ਨਿਰਪੇਖ, ਫਿਰ ਤੁਸੀਂ ਲਿਖਣਾ ਹੈ ਡੈਮੋਕ੍ਰੈਟਿਕ, ਫਿਰ ਤੁਸੀਂ ਲਿਖਣਾ ਹੈ ਗਣਤੰਤਰ। ਠੀਕ ਹੈ ਜੀ। ਹੁਣ ਅਸੀਂ ਆਪਣਾ ਜਿਹੜਾ ਪਹਿਲਾ ਪੁਆਇੰਟ ਹੈ ਜਾਂ ਪਹਿਲੀ ਜਿਹੜੀ ਇਹਦੀ ਵਿਸ਼ੇਸ਼ਤਾ ਹੀ ਹੈ ਉਹ ਡਿਸਕਸ ਕਰਾਂਗੇ, ਪ੍ਰਭੂ ਸੱਤਾ ਸੰਪੰਨ। ਹੁਣ ਇੱਥੇ ਵੀ ਦ ਪੀਪਲ ਜਿਹੜਾ ਹੈ ਉਹਦਾ ਕੀ ਅਰਥ ਹੈ, ਅਸੀਂ ਭਾਰਤ ਦੇ ਲੋਕ ਦਾ ਕੀ ਅਰਥ ਹੈ, ਇੰਡੀਕੇਟ ਦੈਟ ਇੰਡੀਆ ਇਜ਼ ਏ ਰਿਪਬਲਿਕਨ polity which means it shall have no hereditary ruler and people shall elect their government। मतलब कहने का मतलब है कि भारत एक गणतंत्र है। गणतंत्र किस तरह है, प्रभु सत्ता किहदे कोल है, प्रभु सत्ता संपन्न किस तरह है कि जिहड़ी प्रभु सत्ता है लोगों के, ठीक है, लोग प्रभु सत्ता के जिहड़े है मालिक है, लोगों के कोल प्रभु सत्ता है और भारत डोमीनियन नहीं है। ਜਿਹੜੇ ਅੰਗਰੇਜ਼ਾਂ ਨੇ ਸਾਡੇ ਉੱਤੇ 200 ਸਾਲਾਂ ਤੱਕ ਰਾਜ ਕੀਤਾ, ਉਹ ਜਿਹੜੇ ਅੰਗਰੇਜ਼ ਸੀਗੇ ਉਹ ਪਹਿਲੇ ਜਿਹੜੇ ਭਾਰਤੀ ਸੀਗੇ ਉਹ ਡੋਮੀਨੀਅਨ ਸਟੇਟਸ ਦੀ ਜਿਹੜੀ ਹੈ ਮੰਗ ਕਰ ਰਹੇ ਸੀ। ਉਹਨਾਂ ਨੇ ਡੋਮੀਨੀਅਨ ਸਟੇਟਸ ਦੀ ਮੰਗ ਕੀਤੀ ਸੀਗੀ 1930 ਤੱਕ, ਪਰ 1930 ਤੋਂ ਬਾਅਦ ਕਾਂਗਰਸ ਨੇ ਜਿਹੜਾ ਸੀਗਾ ਆਪਣੀ ਸਟ੍ਰੈਟਜੀ ਚੇਂਜ ਕੀਤੀ। ਕਾਂਗਰਸ ਨੇ ਡੋਮੀਨੀਅਨ ਸਟੇਟਸ ਦਾ ਜਿਹੜਾ ਹੈ ਰਾਗ ਸੀਗਾ ਉਹ ਆਪਣਾ ਛੱਡ ਦਿੱਤਾ ਔਰ ਉਹਨੇ ਜਿਹੜਾ ਸੀਗਾ ਆਪਣੇ ਪੂਰਨ ਸਵਰਾਜ ਦੀ ਮੰਗ ਕੀਤੀ, ਮਤਲਬ ਟੋਟਲ ਇੰਡੀਪੈਂਡੈਂਸ ਫਰੋਮ ਬ੍ਰਿਟਿਸ਼ ਰੂਲ, ਮਤਲਬ ਅੰਗਰੇਜ਼ੀ ਸਾਮਰਾਜ ਤੋਂ ਪੂਰਨ ਸੁਤੰਤਰਤਾ। ਸੋ ਇਹ ਕਿਉਂ ਹੋਇਆ, ਮੈਂ ਉਦੋਂ ਵੀ ਤੁਹਾਨੂੰ ਦੱਸਿਆ ਸੀਗਾ। ਇਹਦੇ ਪਿੱਛੇ ਵੀ ਕਈ ਕਾਰਨ ਹੈ ਕਿ ਨਵਾਂ ਯੂਥ ਜਿਹੜਾ ਸੀ ਉਸ ਟਾਈਮ, ਅਗਰ ਅਸੀਂ 1920 ਤੋਂ 1930 ਦਾ ਜਿਹੜਾ ਹੈ ਸਮੇਂ ਲਈਏ, ਉਸ ਦੌਰਾਨ ਜਿਹੜਾ ਯੁਵਾ ਵਰਗ ਸੀਗਾ ਉਹਦੀ ਜਿਹੜੀ ਵਿਚਾਰਧਾਰਾ ਸੀਗੀ ਉਹ ਭਗਤ ਸਿੰਘ ਵਰਗੇ ਜਿਹੜੇ ਨੇਤਾ ਸੀਗੇ ਜਾਂ ਭਗਤ ਸਿੰਘ ਵਰਗੇ ਜਿਹੜੇ ਕ੍ਰਾਂਤੀਕਾਰੀ ਸੀ ਉਹਨਾਂ ਤੋਂ ਪ੍ਰਭਾਵਿਤ ਹੋਣੀ ਸ਼ੁਰੂ ਹੋਈ। ਤੁਹਾਨੂੰ ਸਾਰਿਆਂ ਨੂੰ ਇਹ ਵੀ ਪਤਾ ਹੈ ਕਿ ਗਦਰ ਪਾਰਟੀ ਦਾ ਜਨਮ ਵੀ ਉਸ ਦੌਰਾਨ ਹੁੰਦਾ ਹੈ ਔਰ ਜਿਹੜੀ ਗਦਰ ਪਾਰਟੀ ਹੈਗੀ ਹੈ ਔਰ ਉਹਨੇ ਵੀ ਇਹ ਮਤਲਬ ਕਿ ਪੂਰਨ ਸਵਰਾਜ ਦਾ ਜਿਹੜਾ ਹੈ ਕਨਸੈਪਟ ਲੈਣਾ। ਜਦੋਂ
ਭਗਤ ਸਿੰਘ ਦੀ ਸ਼ਹੀਦੀ ਹੋ ਗਈ, ਉਸ ਤੋਂ ਬਾਅਦ ਕਾਂਗਰਸ ਨੇ ਜਿਹੜਾ ਸੀਗਾ ਇਹ ਆਪਣੀ ਸਟ੍ਰੈਟੇਜੀ ਜਿਹੜੀ ਸੀ ਪੂਰਨ ਸਵਰਾਜ ਦੀ ਮੰਗ ਕਰਨੀ ਸ਼ੁਰੂ ਕਰ ਦਿੱਤੀ। ਜਿਹੜੇ ਤਿਲਕ ਵਰਗੇ ਨੇਤਾ ਸੀਗੇ ਉਹਨਾਂ ਨੇ ਵੀ ਪੂਰਨ ਸਵਰਾਜ ਦੀ ਗੱਲ ਕੀਤੀ ਸੀ। ਸਵਰਾਜ ਹਮਾਰਾ ਜਨਮ ਸਿੱਧ ਅਧਿਕਾਰ ਹੈ, ਤਿਲਕ ਨੇ ਕਿਹਾ ਸੀ। ਸੋ ਪੂਰਾ ਟੋਟਲ ਇੰਡੀਪੈਂਡੈਂਸ ਦੀ ਜਿਹੜੀ ਹੈ ਗੱਲ ਹੋਈ। ਸੋ ਰਿਪਬਲਿਕ ਕਿਸ ਤਰ੍ਹਾਂ ਹੈ ਇੰਡੀਆ ਦੇ ਵਿੱਚ ਜਿਹੜਾ ਹੈ, ਰਿਪਬਲਿਕ ਇਹੋ ਜਿਹੇ ਦੇਸ਼ ਨੂੰ ਕਿਹਾ ਜਾਂਦਾ ਹੈ, ਗਣਤੰਤਰ ਇਹੋ ਜਿਹੇ ਦੇਸ਼ ਨੂੰ ਕਿਹਾ ਜਾਂਦਾ ਜਿੱਥੇ ਜਿਹੜਾ ਰਾਸ਼ਟਰ ਅਧਿਕਸ਼ ਹੁੰਦਾ ਉਹਦਾ ਜਿਹੜਾ ਅਹੁਦਾ ਹੁੰਦਾ ਪੈਤਰਿਕ ਨਹੀਂ ਹੁੰਦਾ, ਹੈਰੀਡਿਟੀ ਨਹੀਂ ਹੁੰਦਾ, ਪੈਤਰਿਕ ਨਹੀਂ ਹੁੰਦਾ। ਸੋ ਜਿੱਥੇ ਲੋਕ ਆਪਣੀ ਸਰਕਾਰ ਆਪ ਚੁਣਨ, ਹੈਡ ਆਫ ਸਟੇਟ ਮਤਲਬ ਭਾਰਤ ਦੇ ਵਿੱਚ ਜਿਹੜਾ ਰਾਸ਼ਟਰਪਤੀ ਹੈ ਉਹ ਲੋਕਾਂ ਦੁਆਰਾ ਸਿੱਧੇ ਤਰੀਕੇ ਨਾਲ ਚੁਣਿਆ ਜਾਂਦਾ ਹੈ। ਇਸ ਕਰਕੇ ਭਾਰਤ ਜਿਹੜਾ ਹੈ ਇੱਕ ਗਣਤੰਤਰੀ ਵਿਵਸਥਾ ਹੈ। ਉਹਦੇ ਨਾਲ ਨਾਲ ਜਿਹੜਾ ਭਾਰਤ ਹੈਗਾ ਹੈ ਉਹ ਇੱਕ ਜਿਹੜਾ ਹੈ ਆਪਣੇ ਪ੍ਰਭੂ ਸੱਤਾ ਸੰਪੰਨ ਦੇਸ਼ ਵੀ ਹੈ, ਕਿਉਂਕਿ ਮਤਲਬ ਸਰਕਾਰ ਬਣਾਉਣ ਦੀ ਚਾਬੀ, ਵੋਟ ਪਾਉਣ ਦਾ ਅਧਿਕਾਰ ਜਿਹੜਾ ਹੈ ਉਹ ਲੋਕਾਂ ਨੂੰ ਦਿੱਤਾ। ਹੁਣ ਅਸੀਂ ਆਪਣੀ ਜਿਹੜੀ ਅਗਲੀ ਸਲਾਈਡ ਹੈ ਉਹਦੇ ਵੱਲ ਜਿਹੜਾ ਹੈਗਾ ਵੱਧਦੇ ਹਾਂ। ਸੋਵਰਨ ਦਾ ਕੀ ਅਰਥ ਹੈ? ਪ੍ਰਭੂ ਸੱਤਾ ਸੰਪੰਨ ਦਾ ਕੀ ਅਰਥ ਹੈ? ਸੋਵਰਨ ਮੀਨਸ ਐਬਸੋਲੂਟ ਇੰਡੀਪੈਂਡੈਂਸ government which is not controlled by any other power internal or external। ਹੁਣ ਤੁਸੀਂ BA ਫਸਟ ਈਅਰ ਫਸਟ ਸਮੈਸਟਰ ਦੇ ਵਿੱਚ ਇੱਕ ਚੈਪਟਰ ਪੜ੍ਹਿਆ ਹੋਣਾ ਪ੍ਰਭੂ ਸੱਤਾ। ਉਹਦੇ ਉਸ ਚੈਪਟਰ ਦੇ ਵਿੱਚ ਤੁਸੀਂ ਦੋ ਸਿਧਾਂਤ ਕੀਤੇ ਸੀ। ਇੱਕ ਏਕਲਵਾਦੀ ਸਿਧਾਂਤ ਕੀਤਾ ਸੀ ਪ੍ਰਭੂ ਸੱਤਾ ਦਾ, ਦੂਸਰਾ ਤੁਸੀਂ ਜਿਹੜਾ ਸੀਗਾ ਬਹੁਲਵਾਦੀ ਸਿਧਾਂਤ ਕੀਤਾ ਸੀ। ਫਿਰ ਉਹਦੇ ਨਾਲ ਨਾਲ ਤੁਸੀਂ ਪ੍ਰਭੂ ਸੱਤਾ ਦੀਆਂ ਵਿਸ਼ੇਸ਼ਤਾਵਾਂ ਕੀਤੀਆਂ ਸੀ, ਉਹਦਾ ਅਰਥ ਕੀਤਾ ਸੀ, ਉਹਦੀਆਂ ਕਿਸਮਾਂ ਕੀਤੀਆਂ ਸੀ ਅਤੇ ਉਹਦੇ ਦੋ ਪੱਖ ਕੀਤੇ ਸੀ। ਹੁਣ ਦੋ ਤਰ੍ਹਾਂ ਦੀ ਪ੍ਰਭੂ ਸੱਤਾ ਹੁੰਦੀ। ਹੁਣ ਇਸ ਕੰਟੈਕਸਟ ਕੀ ਪ੍ਰਭੂ ਸੱਤਾ ਦਾ ਕੀ ਅਰਥ ਹੈ ਕਿ ਭਾਰਤ ਦੇ ਲੋਕ ਬਾਹਰੀ ਅਤੇ ਅੰਦਰੂਨੀ ਰੂਪ ਨਾਲ ਸੁਤੰਤਰ ਨੇ। ਅੰਦਰੂਨੀ ਰੂਪ ਮਤਲਬ ਕੀ ਹੈ? ਜਿਹੜਾ ਰਾਜ ਹੈ ਜਾਂ ਸਟੇਟ ਹੈ, ਸੋਵਰੈਨਿਟੀ ਕਿਹਦੇ ਕੋਲ ਹੈ? ਸੋਵਰੈਨਿਟੀ ਕੀ ਹੁੰਦੀ ਹੈ? ਇੱਕ ਤਰ੍ਹਾਂ ਦੀ ਸ਼ਕਤੀ ਜਿਹਦੇ ਰਾਹੀਂ ਸਰਕਾਰ ਦਾ ਸੰਚਾਲਨ ਹੁੰਦਾ ਹੈ ਜਾਂ ਜਿਹਦੇ ਦੁਆਰਾ ਸਰਕਾਰ ਆਪਣੇ ਕੰਮ ਕਰਦੀ ਹੈ, ਉਹਨੂੰ ਅਸੀਂ ਜਿਹੜਾ ਹੈਗਾ ਪ੍ਰਭੂ ਸੱਤਾ ਕਹਿੰਦੇ ਹਾਂ। ਸੋ ਪ੍ਰਭੂ ਸੱਤਾ ਸੰਪੰਨ 1947 ਤੋਂ ਪਹਿਲਾਂ ਜਿਹੜਾ ਭਾਰਤ ਸੀਗਾ ਪ੍ਰਭੂ ਸੱਤਾ ਸੰਪੰਨ ਨਹੀਂ ਸੀਗਾ, ਕਿਉਂਕਿ ਜਿਹੜਾ ਭਾਰਤ ਸੀਗਾ ਉਸ ਵੇਲੇ ਗੁਲਾਮ ਸੀਗਾ। 1947 ਤੋਂ ਪਹਿਲਾਂ ਉਹਦੇ ਕੋਲ ਬਾਹਰੀ ਪ੍ਰਭੂ ਸੱਤਾ ਨਹੀਂ ਸੀ। ਠੀਕ ਹੈ। ਤੀਸਰੀ ਗੱਲ, ਤੀਸਰਾ ਆਯਾਮ ਇਹਦੇ ਵਿੱਚ ਇਹ ਆਉਂਦਾ ਹੈਗਾ ਕਿ ਭਾਰਤ ਦੇ ਲੋਕਾਂ ਨੂੰ ਸਰਕਾਰ ਬਣਾਉਣ ਦਾ ਹੱਕ ਦਿੱਤਾ ਗਿਆ, ਜਾਂ ਸਰਕਾਰ ਜਿਹੜੀ ਹੈ ਭਾਰਤ ਦੇ ਵਿੱਚ ਲੋਕਾਂ ਦੁਆਰਾ ਚੁਣੀ ਜਾਂਦੀ ਹੈ, ਲੋਕਾਂ ਦੁਆਰਾ ਬਣਾਈ ਜਾਂਦੀ ਹੈ, ਕਿਉਂਕਿ ਭਾਰਤ ਇੱਕ ਜਿਹੜਾ ਹੈਗਾ ਹੈ ਉਹ ਲੋਕਤੰਤਰੀ ਜਿਹੜਾ ਹੈ ਦੇਸ਼। ਠੀਕ ਹੈ, ਉਹਦੇ ਦੁਆਰਾ ਹੀ ਸਾਰਾ ਕੁਝ ਹੁੰਦਾ ਹੈ। ਸੋ ਇਸ ਕਰਕੇ ਪ੍ਰਭੂ ਸੱਤਾ ਸੰਬੰਧ ਦਾ ਮਤਲਬ ਇਹ ਹੈ ਕਿ ਭਾਰਤ ਜਿਹੜਾ ਅੰਦਰੂਨੀ ਅਤੇ ਬਾਹਰੀ ਰੂਪ ਦੇ ਵਿੱਚ ਪੂਰੀ ਤਰ੍ਹਾਂ ਦੇ ਨਾਲ ਜਿਹੜਾ ਹੈ ਸੁਤੰਤਰ। ਠੀਕ ਹੈ, ਸੋਵਰਨ ਦਾ। ਹੁਣ ਅਗਲੀ ਵਿਸ਼ੇਸ਼ਤਾ ਇੱਥੇ ਅਸੀਂ ਆਉਂਦੇ ਸੋਸ਼ਲਿਸਟ। ਹੁਣ ਇਹ ਜਦੋਂ ਮੂਲ ਸੰਵਿਧਾਨ ਬਣਿਆ ਸੀ ਜਾਂ ਜਿਹੜੀ ਮੂਲ ਪ੍ਰਸਤਾਵਨਾ ਸੀ ਉਹਦੇ ਵਿੱਚ ਇਹ ਸ਼ਬਦ ਨਹੀਂ ਸੀ। ਮੈਂ ਤੁਹਾਨੂੰ ਵਾਰ-ਵਾਰ ਦੱਸ ਰਿਹਾ, ਕੁਐਸਚਨ ਤੁਹਾਨੂੰ 2 ਨੰਬਰ 'ਚ ਆ ਜਾਂਦਾ ਹੈ, ਇਸ ਕਰਕੇ ਮੈਂ ਇਸ ਚੀਜ਼ ਨੂੰ ਇੰਨਾ ਜ਼ਿਆਦਾ ਜਿਹੜਾ ਹੈਗਾ ਹਾਈਲਾਈਟ ਕਰ ਰਿਹਾ। ਹੁਣ ਸੋਸ਼ਲਿਸਟ ਦਾ ਇੱਥੇ ਅਰਥ ਸ਼ਬਦ ਜਿਹੜਾ ਹੈ ਉਹ 42ਵਾਂ ਸੰਸ਼ੋਧਨ ਜਦੋਂ ਹੋਇਆ 1976 ਦੇ ਵਿੱਚ। ਹੁਣ ਵਿਸ਼ਵ ਦੇ ਵਿੱਚ ਉਸ ਵੇਲੇ ਦੋ ਤਰ੍ਹਾਂ ਦੀਆਂ ਵਿਚਾਰਧਾਰਾਵਾਂ ਚੱਲ ਰਹੀਆਂ ਸੀਗੀਆਂ। ਸ਼ੀਤ ਯੁੱਧ ਚੱਲ ਰਿਹਾ ਸੀਗਾ, ਔਰ ਸ਼ੀਤ ਯੁੱਧ ਵੀ ਜਿਹੜਾ ਸੀਗਾ ਵਿਚਾਰਾਤਮਕ ਲੜਾਈ ਸੀਗੀ, ਪਰ ਵਿਚਾਰਧਾਰਾ ਦੇ ਆਧਾਰ ਉੱਤੇ ਜਿਹੜਾ ਹੈ ਵਿਸ਼ਵ ਦੇ ਵਿੱਚ ਚੱਲ ਰਹੀ ਸੀ। ਹੁਣ ਇੱਕ ਪਾਸੇ ਜਿਹੜਾ ਪੂੰਜੀਵਾਦੀ ਵਿਚਾਰਧਾਰਾ ਸੀ ਔਰ ਦੂਜੇ ਪਾਸੇ ਸਮਾਜਵਾਦੀ ਵਿਚਾਰਧਾਰਾ ਸੀ। ਸੋਸ਼ਲਿਸਟ ਬਲਾਕ ਨੂੰ ਜਿਹੜਾ ਸੀ ਸੋਵੀਅਤ ਸੰਘ ਜਿਹੜਾ ਸੀਗਾ ਉਹ ਕੰਟਰੋਲ ਕਰ ਰਿਹਾ ਸੀ, ਔਰ ਦੂਜੇ ਪਾਸੇ ਅਗਰ ਅਸੀਂ ਗੱਲ ਕਰੀਏ ਪੂੰਜੀਵਾਦੀ ਜਿਹੜਾ ਬਲਾਕ ਸੀਗਾ ਉਹਨੂੰ ਅਮਰੀਕਾ ਜਿਹੜਾ ਸੀਗਾ ਉਹ ਕੰਟਰੋਲ ਕਰ ਰਿਹਾ ਸੀ। ਸੋ ਸੋਸ਼ਲਿਸਟ ਦਾ ਇੱਥੇ ਮਤਲਬ ਹੈ, ਸੋਸ਼ਲਿਸਟ ਮੀਨਸ to attain the ideals like removal of inequalities, provision of minimum basic necessities to equal pay, equal work।
ਹੁਣ ਜਦੋਂ ਅਸੀਂ ਭਾਰਤੀ ਸਮਾਜਵਾਦ ਦੀ ਗੱਲ ਕਰਦੇ ਹਾਂ, ਭਾਰਤ ਦੇ ਕੰਟੈਕਸਟ ਦੇ ਵਿੱਚ ਸਮਾਜਵਾਦ ਦੀ ਗੱਲ ਕਰਦੇ ਹਾਂ, ਉਹਦਾ ਅਰਥ ਥੋੜ੍ਹਾ ਜਿਹਾ ਮਤਲਬ ਭਾਰਤੀ ਹੈ। ਇਹ ਜਿਹੜੀ ਪਰਿਭਾਸ਼ਾ ਹੈ ਪੰਡਿਤ ਨਹਿਰੂ ਦੁਆਰਾ ਜਿਹੜਾ ਹੈ ਇਸਨੂੰ ਕੱਢਿਆ ਗਿਆ ਸੀ, ਔਰ ਬਾਅਦ ਦੇ ਵਿੱਚ ਇੰਦਰਾ ਗਾਂਧੀ ਨੇ ਇਸ ਨੂੰ ਸੰਵਿਧਾਨ ਦੇ ਪ੍ਰਸਤਾਵਨਾ ਦੇ ਵਿੱਚ ਜਿਹੜਾ ਸੀਗਾ ਉਹ ਸ਼ਾਮਿਲ ਕੀਤਾ ਸੀ। ਹੁਣ ਸੋਸ਼ਲਿਸਟ ਮੀਨਸ ਅਟੇਨ ਦੀ ਆਈਡੀਅਲਸ ਐਂਡ ਰਿਮੂਵਲ ਆਫ ਇਨਇਕੁਐਲਿਟੀਜ਼। ਇਕਨੋਮਿਕ ਜਿਹੜੀ ਸੋਸ਼ਲ ਜਸਟਿਸ ਦੀ ਜਦੋਂ ਆਪਾਂ ਜਿਹੜੀ ਗੱਲ ਕਰੀਦੀ ਹੈ ਕਿ ਕਿਸੇ ਵੀ ਤਰ੍ਹਾਂ ਦਾ ਸਮਾਜ ਦੇ ਵਿੱਚ ਕਿਸੇ ਵੀ ਤਰ੍ਹਾਂ ਦਾ ਭੇਦਭਾਵ ਨਹੀਂ ਹੋਣਾ ਚਾਹੀਦਾ। ਸਮਾਜ ਵਿੱਚ ਜਿਹੜਾ ਹੈ ਮਿਨੀਮਮ ਜਿਹੜੀਆਂ ਬੇਸਿਕ ਨੈਸੈਸਿਟੀਜ਼ ਹੈਗੀਆਂ ਉਹ ਇੰਡੀਵਿਜੂਅਲ ਦੀਆਂ ਪੂਰੀਆਂ ਹੋਣੀਆਂ ਚਾਹੀਦੀਆਂ। ਮਿਨੀਮਮ ਬੇਸਿਕ ਨੈਸੈਸਿਟੀਜ਼ ਕੀ ਹੈ ਕਿ ਹਰ ਵਿਅਕਤੀ ਨੂੰ ਰੋਟੀ, ਕੱਪੜਾ ਅਤੇ ਮਕਾਨ ਜਿਹੜਾ ਹੈਗਾ ਉਹ ਮਿਲਣਾ ਚਾਹੀਦਾ। ਰੋਟੀ, ਕੱਪੜਾ ਅਤੇ ਮਕਾਨ ਜਿਹੜਾ ਹੈ ਉਹਨੂੰ ਉਸਦੀ ਜਿਹੜੀ ਹੈ ਪ੍ਰਾਪਤੀ ਜਿਹੜੀ ਹੈ ਹੋਣੀ ਚਾਹੀਦੀ, ਤਾਂ ਕਿ ਔਰ ਜਿੰਨਾ ਉਹ ਕੰਮ ਕਰਦਾ ਹੈ ਉਹਦੇ ਉਹਨੂੰ ਪੈਸੇ ਮਿਲਣੇ ਚਾਹੀਦੇ ਆ। ਅਗਰ ਉਹ 8 ਘੰਟੇ ਕੰਮ ਕਰਦਾ ਫੋਰ ਐਗਜ਼ਾਮਪਲ, ਉਹਨੂੰ ਉਹਨਾਂ 8 ਘੰਟਿਆਂ ਦੀ ਮਜ਼ਦੂਰੀ ਜਾਂ ਮੁਆਵਜ਼ਾ ਨਹੀਂ ਆਪਾਂ ਕਹਾਂਗੇ, ਮਜ਼ਦੂਰੀ ਮਿਲਣੀ ਚਾਹੀਦੀ, ਮਤਲਬ ਉਹਨੇ ਪੈਸੇ ਮਿਲਣੇ ਚਾਹੀਦੇ। ਔਰ ਜਿਹੜਾ ਅਮੀਰ ਅਤੇ ਗਰੀਬ ਹੈ ਉਹਦੇ ਵਿੱਚ ਧਨ ਨੂੰ ਲੈ ਕੇ ਜ਼ਿਆਦਾ ਜਿਹੜਾ ਮਤਲਬ ਗੈਪ ਨਹੀਂ ਹੋਣਾ ਚਾਹੀਦਾ। ਗੈਪ ਨੂੰ ਅਸੀਂ ਖਤਮ ਨਹੀਂ ਕਰ ਸਕਦੇ, ਪਰ ਉਹਨੂੰ ਆਪਾਂ ਮਿਨੀਮਾਈਜ਼ ਕਰ ਸਕਦੇ। ਇਹ ਕਰ ਸਕਦੇ ਹਾਂ ਕਿ ਜਿਹੜੀ ਡਿਵੈਲਪਮੈਂਟ ਹੁੰਦੀ ਹੈ, ਡਿਵੈਲਪਮੈਂਟ ਗੁੱਡ ਕਾਜ਼ ਵਾਸਤੇ ਹੁੰਦੀ, ਵਿਕਾਸ ਜਿਹੜਾ ਗੁੱਡ ਕਾਜ਼ ਵਾਸਤੇ ਹੁੰਦਾ, ਔਰ ਵਿਕਾਸ ਦੇ ਜਿਹੜੇ ਤੋਂ ਜਿਹੜਾ ਪੈਸਾ ਆਉਂਦਾ ਹੈ ਉਹਨੂੰ ਅਸੀਂ ਜਿਹੜੀਆਂ ਸੋਸ਼ਲ ਸਕੀਮਸ ਹੈਗੀਆਂ ਉਹਦੇ ਵਿੱਚ ਜ਼ਿਆਦਾ ਤੋਂ ਜ਼ਿਆਦਾ ਖਰਚ ਕਰ ਸਕਦੇ ਹਾਂ। ਮਤਲਬ ਡਿਵੈਲਪਮੈਂਟ ਦੀ ਜਿਹੜੀ ਹਿੱਸੇਦਾਰੀ ਹੈ ਜਿਹਨੂੰ ਆਪਾਂ ਕਹਾਂਗੇ ਉਹ ਗਰੀਬ ਆਦਮੀ ਤੱਕ ਜਿਹੜੀ ਹੈ ਪਹੁੰਚਣੀ ਚਾਹੀਦੀ। ਹੁਣ ਨੈਕਸਟ ਸਲਾਈਡ ਵੱਲ ਅਸੀਂ ਵੱਧਦੇ ਹਾਂ ਔਰ ਨੈਕਸਟ ਫੀਚਰ ਵੱਲ ਵੱਧਦੇ ਹਾਂ। ਹੁਣ ਪ੍ਰਭੂ ਸੱਤਾ ਸੰਪੰਨ ਦਾ ਇੱਥੇ ਧਰਮ ਨਿਰਪੇਖਤਾ ਦਾ ਕੀ ਅਰਥ ਹੈ? ਇਹ ਵੀ ਮੂਲ ਸੰਵਿਧਾਨ ਦੇ ਵਿੱਚ ਜਾਂ ਇਸ ਨੂੰ ਜਿਹੜਾ ਮੂਲ ਪ੍ਰਸਤਾਵਨਾ ਸੀਗੀ ਉਹਦੇ ਵਿੱਚ ਨਹੀਂ ਸ਼ਾਮਿਲ ਕੀਤਾ ਗਿਆ ਸੀ। 1976 ਦੇ ਵਿੱਚ ਇਸ ਨੂੰ ਜਿਹੜਾ ਸੀਗਾ ਇੰਦਰਾ ਗਾਂਧੀ ਦੀ ਸਰਕਾਰ ਨੇ 42ਵੇਂ ਸੰਸ਼ੋਧਨ ਰਾਹੀਂ ਸ਼ਾਮਿਲ ਕੀਤਾ ਸੀ। In context of secularism in India, it is said that India is neither religious nor irreligious or anti-religious। ਮਤਲਬ ਕਿ ਹੁਣ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਜਦੋਂ ਭਾਰਤ ਆਜ਼ਾਦ ਹੋਇਆ ਉਦੋਂ ਉਸਦੇ ਨਾਲ ਭਾਰਤ ਦਾ ਜਿਹੜਾ ਸੀ ਵਿਭਾਜਨ ਵੀ ਹੋਇਆ ਸੀਗਾ। ਪਰ ਵਿਭਾਜਨ ਜਿਹੜਾ ਸੀ ਧਾਰਮਿਕ ਆਧਾਰ ਉੱਤੇ ਸੀਗਾ। ਸੋ ਉਸ ਕੱਟੜਤਾ ਨੂੰ ਖਤਮ ਕਰਨ ਵਾਸਤੇ ਸਾਡੇ ਸੰਵਿਧਾਨ ਨਿਰਮਾਤਾ ਜਿਹੜੇ ਸੀਗੇ ਉਹਨਾਂ ਨੇ ਧਰਮ ਨਿਰਪੇਖਤਾ ਦੀ ਗੱਲ ਕੀਤੀ, ਜਾਂ ਬਾਅਦ ਵਿੱਚ ਚੱਲ ਕੇ ਇਸ ਨੂੰ ਜਿਹੜਾ ਹੈ ਸੰਵਿਧਾਨ ਦਾ ਹਿੱਸਾ ਵੀ ਜਿਹੜਾ ਸੀਗਾ ਉਹ ਬਣਾਇਆ ਗਿਆ। ਹੁਣ ਸੈਕੂਲਰਿਜ਼ਮ ਇਨ ਇੰਡੀਆ, ਹੁਣ ਸੈਕੂਲਰਿਜ਼ਮ ਧਰਮ ਨਿਰਪੇਖਤਾ ਦਾ ਅਰਥ ਹੁੰਦਾ ਹੈ ਕਿ ਜਿਹੜਾ ਭਾਰਤ ਹੈ ਉਹਦਾ ਕੋਈ ਮਤਲਬ ਸਟੇਟ ਰਿਲੀਜਨ ਨਹੀਂ ਹੈ। ਮਤਲਬ ਰਿਲੀਜਨ ਦੇ ਬੇਸ ਉੱਤੇ ਮਤਲਬ ਜਿਹੜਾ ਹੈਗਾ ਰਾਜ ਦੀ ਸਥਾਪਨਾ ਨਹੀਂ ਹੋਈ। ਜਿੱਦਾਂ ਪਾਕਿਸਤਾਨ ਹੈ, ਪਾਕਿਸਤਾਨ ਇਜ਼ ਇਸਲਾਮਿਕ ਸਟੇਟ, ਮਤਲਬ ਇਸਲਾਮ ਦੇ ਆਧਾਰ ਉੱਤੇ ਜਿਹੜਾ ਹੈ ਉਹ ਜਿਹੜਾ ਹੈਗਾ ਰਾਜ ਜਿਹੜਾ ਹੈਗਾ ਬਣੇ, ਠੀਕ ਹੈ। ਔਰ ਦੂਸਰੀ ਗੱਲ, ਜਿਹੜੇ ਭਾਰਤ ਦੇ ਨਾਗਰਿਕ ਹੈ ਉਹਨਾਂ ਨੂੰ ਧਾਰਮਿਕ ਸੁਤੰਤਰਤਾ ਦਾ ਅਧਿਕਾਰ ਦਿੱਤਾ ਗਿਆ ਆਰਟੀਕਲ 25 ਤੋਂ ਲੈ ਕੇ 28 ਤੱਕ, ਠੀਕ ਹੈ। ਕੋਈ ਵੀ ਜਿਹੜਾ ਵਿਅਕਤੀ ਹੈ ਕਿਸੇ ਵੀ ਧਰਮ ਜਿਹੜੀ ਪੱਧਤੀ ਹੈ ਉਹਨੂੰ ਮੰਨ ਸਕਦਾ, ਧਰਮ ਪੱਧਤੀ ਨੂੰ ਮੰਨ ਸਕਦਾ ਹੈ। ਧਾਰਮਿਕ ਜਿਹੜੀ ਪੱਧਤੀ ਹੈ ਉਹਦਾ ਜਿਹੜਾ ਹੈਗਾ ਹੈ ਉਹਦਾ ਅਨੁਸਰਨ ਕਰ ਸਕਦਾ ਹੈ, ਆਪਣਾ ਧਰਮ ਵੀ ਪਰਿਵਰਤਿਤ ਕਰ ਸਕਦਾ ਹੈ ਅਗਰ ਦੀ ਅੰਤਰਾਤਮਾ ਕਹਿੰਦੀ ਹੈ। ਸੰਵਿਧਾਨ 'ਚ ਲਿਖਿਆ ਹੋਇਆ ਇਫ ਹਿਜ਼ ਔਰ ਹਰ ਕੌਨਸ਼ੀਅਸ ਅਲਾਉਸ। ਉਹਦਾ ਕੀ ਮਤਲਬ ਹੈ? ਕੌਨਸ਼ੀਅਸ ਅਲਾਉ ਦਾ ਮਤਲਬ ਹੈ ਕਿ ਅਗਰ ਉਸਦੀ ਅੰਤਰਾਤਮਾ ਕਹਿੰਦੀ ਹੈ ਤੇ ਉਹ ਆਪਣਾ ਧਰਮ ਪਰਿਵਰਤਿਤ ਕਰ ਸਕਦਾ। ਇਹ ਬੇਸਿਕਲੀ ਹੈ ਭਾਰਤੀ ਧਰਮ ਨਿਰਪੇਖਤਾ ਦਾ ਅਰਥ। ਹੁਣ ਅਸੀਂ ਨੈਕਸਟ ਸਲਾਈਡ 'ਤੇ ਨੈਕਸਟ ਜਿਹੜੇ ਆਪਣਾ ਫੀਚਰ ਹੈਗਾ ਉਹਦੇ ਵੱਲ ਅਸੀਂ ਜਿਹੜਾ ਹੈਗਾ ਵੱਧਦੇ। ਠੀਕ ਹੈ ਜੀ। ਹੁਣ ਟੈਕਸਟ ਆਫ ਅ ਪ੍ਰੈਮਬਲ, ਡੈਮੋਕ੍ਰੈਟਿਕ ਪ੍ਰਿੰਸੀਪਲਸ ਆਰ ਹਾਈਲਾਈਟਡ ਵਿਦ ਦ ਪ੍ਰੋਵੀਜ਼ਨਸ ਆਫ
adult franchise elections, fundamental rights, and responsible government. Preamble also declares India as a republic. It means the head of state is the president, who is indirectly elected by the people. He is not a hereditary ruler. ਇਹ ਤੇ ਡੈਮੋਕ੍ਰੈਟਿਕ ਪ੍ਰਿੰਸੀਪਲਸ ਦਾ ਮਤਲਬ ਕੀ ਹੈ, ਡੈਮੋਕ੍ਰੇਸੀ ਦਾ ਮਤਲਬ ਕੀ ਹੈ। ਹੁਣ ਅਗਲਾ ਨੈਕਸਟ ਪੁਆਇੰਟ ਸੀਗਾ ਡੈਮੋਕ੍ਰੈਟਿਕ। ਹੁਣ ਡੈਮੋਕ੍ਰੈਟਿਕ ਪ੍ਰਿੰਸੀਪਲਸ ਸਾਡੇ ਸੰਵਿਧਾਨ ਦੇ ਵਿੱਚ ਕਿੱਦਾਂ ਦਰਸਾਏ ਗਏ ਆ ਜਾਂ ਸਾਡੇ ਸੰਵਿਧਾਨ ਦੇ ਵਿੱਚ ਕਿੱਦਾਂ ਦੱਸੇ ਗਏ ਆ। ਉਹ ਹੈ ਯੂਨੀਵਰਸਲ ਅਡਲਟ ਫਰੈਂਚਾਈਜ਼, ਇਲੈਕਸ਼ਨ, ਫੰਡਾਮੈਂਟਲ ਰਾਈਟਸ ਐਂਡ ਰਿਸਪੌਂਸਿਬਲ ਗਵਰਨਮੈਂਟ। ਇਹ ਜਿਹੜੀਆਂ ਸਾਰੀਆਂ ਚੀਜ਼ਾਂ ਹੈ, ਇਹ ਸਾਡੇ ਦੇਸ਼ ਦਾ ਜਿਹੜਾ ਲੋਕਤੰਤਰੀ ਸਰੂਪ ਹੈ ਉਹਨੂੰ ਜਿਹੜਾ ਹੈਗਾ ਉਜਾਗਰ ਕਰਨਾ ਜਾਂ ਉਹਨੂੰ ਜਿਹੜਾ ਹੈਗਾ ਉਹਨੂੰ ਦਰਸਾਉਣਾ। ਠੀਕ ਹੈ। ਰਿਪਬਲਿਕ ਦਾ ਮਤਲਬ ਮੈਂ ਤੁਹਾਨੂੰ ਪਹਿਲੇ ਵੀ ਦੱਸ ਚੁੱਕਾ। ਹੁਣ ਮੈਂ ਇੱਕ ਵਾਰੀ ਦੁਬਾਰਾ ਇਸ ਨੂੰ ਜਿਹੜਾ ਰਿਪੀਟ ਕਰ ਦਿੰਦਾ। ਇਹ ਇਹੋ ਜਿਹਾ ਦੇਸ਼, ਚਾਹੇ ਭਾਰਤ ਹੈ ਜਾਂ ਹੋਰ ਕੋਈ ਹੈ, ਜਿਹੜਾ ਵੀ ਦੇਸ਼ ਹੋਏਗਾ ਉਹਦੇ ਵਿੱਚ ਜਿਹੜਾ ਹੈੱਡ ਆਫ ਸਟੇਟ ਹੈ, ਕੁਝ ਦੇਸ਼ਾਂ ਦੇ ਵਿੱਚ ਜਿਹੜਾ ਹੈੱਡ ਆਫ ਸਟੇਟ ਹੁੰਦੇ ਹੈ ਉਹ ਡਾਇਰੈਕਟਲੀ ਇਲੈਕਟ ਹੁੰਦੇ ਹੈ ਲੋਕਾਂ ਦੁਆਰਾ, ਮਤਲਬ ਸਿੱਧੇ ਤੌਰ 'ਤੇ ਲੋਕਾਂ ਦੁਆਰਾ ਚੁਣੇ ਜਾਂਦੇ ਹੈ। ਔਰ ਕੁਝ ਦੇਸ਼ਾਂ ਦੇ ਵਿੱਚ ਇਹ ਜਿਹੜੇ ਹੈਗੇ ਸਿੱਧੇ ਤੌਰ ਨਾਲ ਜਿਹੜੇ ਹੈ ਚੁਣੇ ਜਾਂਦੇ। ਸੋ ਜਿੱਦਾਂ ਅਗਰ ਭਾਰਤ ਦੀ ਅਸੀਂ ਐਗਜ਼ਾਮਪਲ ਲਈਏ, ਭਾਰਤ ਦੇ ਵਿੱਚ ਜਿਹੜਾ ਪ੍ਰੈਜ਼ੀਡੈਂਟ ਹੈਗਾ ਹੈ ਉਹ ਲੋਕਾਂ ਦੁਆਰਾ ਅਸਿੱਧੇ ਤਰੀਕੇ ਦੇ ਨਾਲ ਜਿਹੜਾ ਹੈਗਾ ਚੁਣਿਆ ਜਾਂਦਾ ਹੈ। ਸੋ ਹੈਰੀਟਰੀ ਰੂਲਰ ਨਹੀਂ ਹੈ, ਪੈਤਰਿਕ ਨਹੀਂ ਹੈ ਇਹ ਵਿਵਸਥਾ। ਜਦੋਂ ਰਾਜਤੰਤਰੀ ਵਿਵਸਥਾ ਦੇ ਵਿੱਚ ਜਿਹੜਾ ਹੈ ਇਹ ਚੀਜ਼ ਪੈਤਰਿਕ ਹੁੰਦੀ ਹੈ, ਲੇਕਿਨ ਗਣਤੰਤਰੀ ਵਿਵਸਥਾ ਦੇ ਵਿੱਚ ਇਹ ਚੀਜ਼ ਪੈਤਰਿਕ ਨਹੀਂ ਹੁੰਦੀ। ਜਿੱਦਾਂ ਅਸੀਂ ਇੰਗਲੈਂਡ ਦੀ ਗੱਲ ਕਰੀਏ, ਇੰਗਲੈਂਡ ਦੇ ਵਿੱਚ ਵੀ ਜਿਹੜਾ ਹੈ ਸੰਸਦੀ ਪ੍ਰਣਾਲੀ ਚੱਲ ਰਹੀ ਹੈ। ਇੰਗਲੈਂਡ ਦੇ ਵਿੱਚ ਵੀ ਜਿਹੜਾ ਹੈਗਾ, ਪਰ ਇੰਗਲੈਂਡ ਦੇ ਵਿੱਚ ਜਿਹੜੀ ਹੈੱਡ ਆਫ ਸਟੇਟ ਹੈ ਇੰਗਲੈਂਡ ਜਿਹੜਾ ਹੈ ਰਿਪਬਲਿਕ ਨਹੀਂ, ਕਿਉਂਕਿ ਉੱਥੇ ਹਾਲੇ ਤੱਕ ਵੀ ਰਾਜਤੰਤਰ ਚੱਲ ਰਿਹਾ, ਪਰ ਸੀਮਿਤ ਰਾਜਤੰਤਰ ਚੱਲ ਰਿਹਾ। ਉੱਥੇ ਦੀ ਹੈੱਡ ਆਫ ਸਟੇਟ ਰਾਣੀ ਹੈ। ਜੋ ਕੰਮ ਭਾਰਤ ਦੇ ਵਿੱਚ ਰਾਸ਼ਟਰਪਤੀ ਕਰਦਾ ਹੈ ਉੱਥੇ ਉਹ ਰਾਣੀ ਕਰਦੀ ਹੈ। ਸੋ ਇਹ ਸੀਗੀਆਂ ਸਾਡੇ ਜਿਹੜਾ ਸੰਵਿਧਾਨ ਦੀ ਜਿਹੜੀ ਪ੍ਰਸਤਾਵਨਾ ਉਹਦੀਆਂ ਕੁਝ ਵਿਸ਼ੇਸ਼ਤਾਵਾਂ ਹੀ ਸੀਗੀਆਂ। ਠੀਕ ਹੈ ਜੀ। ਹੁਣ ਅਸੀਂ ਅਗਲੀ ਸਲਾਈਡ ਵੱਲ ਵਧਦੇ ਹਾਂ। ਹੁਣ ਉਸ ਤੋਂ ਬਾਅਦ ਜਿਹੜਾ ਜਦੋਂ ਆਪਾਂ ਪ੍ਰੈਂਬਲ ਦਾ ਟੈਕਸਟ ਦੇਖਦੇ ਹਾਂ ਉਹਦੇ ਵਿੱਚ ਇੱਕ ਸ਼ਬਦ ਆਉਂਦਾ ਹੈ ਨਿਆਂ। ਹੁਣ ਨਿਆਂ ਦਾ ਕੀ ਅਰਥ ਹੈ? ਜਸਟਿਸ, ਸੋਸ਼ੋ ਇਕਨੋਮਿਕ, ਪੋਲੀਟੀਕਲ। ਮੈਂ ਦੱਸਿਆ ਸੀ ਤੁਹਾਨੂੰ ਪਹਿਲੇ। ਜਸਟਿਸ ਪ੍ਰੋਮਿਸਿਸ ਟੂ ਗਿਵ ਪੀਪਲ what they are entitled to in terms of basic rights to food, clothing, housing, participation in decision making and living with dignity of human beings। ਜਸਟਿਸ ਦਾ ਮਤਲਬ ਹੈ ਕਿ ਜਿਹੜਾ ਹਰ ਵਿਅਕਤੀ ਹੈ ਉਹਦੇ ਕੋਲ ਮੌਲਿਕ ਅਧਿਕਾਰ ਹੋਣੇ ਚਾਹੀਦੇ, ਬੇਸਿਕ ਰਾਈਟਸ ਜਿਹੜੇ ਹੋਣੇ ਚਾਹੀਦੇ। ਦੂਸਰੀ ਗੱਲ ਇਕਨੋਮਿਕ ਦੀ ਜੇ ਗੱਲ ਕਰੀਏ, ਉਹਦੇ ਕੋਲ ਫੂਡ ਹੋਣਾ ਚਾਹੀਦਾ ਹੈ, ਉਹਦੇ ਕੋਲ ਕਲੋਥਿੰਗ ਹੋਣੀ ਚਾਹੀਦੀ ਹੈ, ਉਹਦੇ ਕੋਲ ਹਾਊਸਿੰਗ ਹੋਣੀ ਚਾਹੀਦੀ ਹੈ, ਔਰ ਉਹਨੂੰ ਜਿਹੜਾ ਹੈ ਪਾਰਟੀਸਿਪੇਸ਼ਨ ਜਿਹੜੀ ਹੈ ਉਹ ਦੇਣੀ ਚਾਹੀਦੀ ਹੈ ਡਿਸੀਜਨ ਮੇਕਿੰਗ ਚ, ਲਿਵਿੰਗ ਐਜ਼ ਡਿਗਨਿਟੀ ਇਨ ਹਿਊਮਨ ਬੀਇੰਗਸ। ਠੀਕ ਹੈ ਜੀ। ਸੋ ਜਸਟਿਸ ਨਿਆਂ ਦਾ ਮਤਲਬ ਹੋ ਗਿਆ ਕਿ ਵਿਅਕਤੀ ਕੋਲ ਮਤਲਬ ਸਟੇਟ ਇਹੋ ਜਿਹੀ ਵਿਵਸਥਾ ਕਰੇ, ਰਾਜ ਇਹੋ ਜਿਹੀ ਵਿਵਸਥਾ ਕਰੇ ਜਿਸ ਰਾਹੀਂ ਜਿਹੜਾ ਇੰਡੀਵਿਜੂਅਲ ਹੈ, ਵਿਅਕਤੀ ਹੈ, ਉਹਦੇ ਕੋਲ ਤਿੰਨੋਂ ਤਰ੍ਹਾਂ ਦੀ ਨਿਆਂ ਪ੍ਰਾਪਤ ਹੋਵੇ। ਉਹਨੂੰ ਸੋਸ਼ਲ ਵੀ ਹੋਵੇ, ਪੋਲੀਟੀਕਲ ਵੀ ਹੋਵੇ। ਪੋਲੀਟੀਕਲ ਦਾ ਮਤਲਬ ਹੈ ਪੋਲੀਟੀਕਲ ਰਾਈਟਸ ਹੋਣੀ ਚਾਹੀਦੀ, ਮਤਲਬ ਡਿਸੀਜਨ ਮੇਕਿੰਗ ਜਿਹੜੀ ਹੈ ਗਵਰਨਮੈਂਟ ਦੀ ਉਹਦੇ ਵਿੱਚ ਉਹਨੂੰ ਪਾਰਟੀਸਿਪੇਟ ਜਿਹੜਾ ਉਹ ਕਰਨਾ ਚਾਹੀਦਾ। ਅਗਲੀ ਸਲਾਈਡ ਵੱਲ ਅਸੀਂ ਜਾਂਦੇ ਹਾਂ। ਹੁਣ ਅਗਲਾ ਸ਼ਬਦ ਜਿਹੜਾ ਹੈ ਪ੍ਰੈਂਬਲ ਦੇ ਟੈਕਸਟ ਦੇ ਵਿੱਚ ਜਿਹੜਾ ਹੈ ਯੂਜ਼ ਕੀਤਾ ਗਿਆ ਨਿਆਂ ਤੋਂ ਬਾਅਦ ਉਹ ਸੀਗਾ ਸੁਤੰਤਰਤਾ। The preamble also mentions about liberty of thought and expression. These freedoms have been granted in the Constitution through fundamental rights. Liberty of thought मतलब कि सोचण, समझण और अपने विचारां नूं प्रकट करन दी स्वतंत्रता। ठीक है जी। ये सारियां स्वतंत्रतावां ਦੀ ਅਗਰ ਅਸੀਂ ਗੱਲ ਕਰੀਏ ਧਾਰਾ 19 ਭਾਰਤ ਦੇ ਸੰਵਿਧਾਨ ਦੇ ਵਿੱਚ,
ਜਿਹਦੇ ਵਿੱਚ 6 ਤਰ੍ਹਾਂ ਦੀਆਂ ਸੁਤੰਤਰਤਾਵਾਂ ਦਾ ਪ੍ਰਗਟਾਵਾ ਜਿਹੜਾ ਹੈ ਕੀਤਾ ਗਿਆ ਹੈ ਜਾਂ ਉਸ ਨੂੰ ਧਾਰਾ 19 ਦੇ ਵਿੱਚ ਦਰਸਾਇਆ ਗਿਆ। ਸੋ ਜੀ ਠੀਕ ਹੈ ਜੀ। ਔਰ ਇਹ ਫੰਡਾਮੈਂਟਲ ਰਾਈਟਸ ਦਾ ਜਿਹੜਾ ਚੈਪਟਰ ਹੈ, 3rd ਚੈਪਟਰ ਹੈ ਕਨਸਟੀਟਿਊਸ਼ਨ ਦਾ, ਉਹਦੇ ਵਿੱਚ ਇਹ ਸਾਰੀਆਂ ਜਿਹੜੀਆਂ ਵਿਵਸਥਾਵਾਂ ਜਿਹੜੀਆਂ ਕੀਤੀਆਂ ਗਈਆਂ, ਮਤਲਬ ਉਹਦੇ ਵਿੱਚ ਸੋਚਣ ਅਤੇ ਆਪਣੇ ਵਿਚਾਰਾਂ ਨੂੰ ਪ੍ਰਗਟ ਕਰਨ ਦੀ ਸੁਤੰਤਰਤਾ ਵੀ ਦਿੱਤੀ ਗਈ ਹੈ। ਠੀਕ ਹੈ ਜੀ। ਮਤਲਬ 6 ਸੁਤੰਤਰਤਾਵਾਂ ਜਿਹੜੀਆਂ ਮੈਂਸ਼ਨ ਕੀਤੀਆਂ ਗਈਆਂ 19A ਤੋਂ ਲੈ ਕੇ 19F ਤੱਕ। ਠੀਕ ਹੈ ਜੀ। ਅੱਛਾ, ਉਸ ਤੋਂ ਬਾਅਦ ਅਗਲਾ ਹੈਗਾ ਜੀ ਇਕੁਐਲਿਟੀ। ਇਕੁਐਲਿਟੀ ਦਾ ਕੀ ਮਤਲਬ ਹੈ? ਸਮਾਨਤਾ। ਜਿਹੜਾ ਸੁਤੰਤਰਤਾ ਤੋਂ ਬਾਅਦ ਸ਼ਬਦ ਕੀਤਾ ਗਿਆ ਹੈ ਸਮਾਨਤਾ। Equality means that all the citizens of India should be treated equally and extended equal protection of law without any discrimination based on caste, creed or religion। ਹੁਣ ਅਗਰ ਅਸੀਂ ਸਮਾਨਤਾ ਦੀ ਗੱਲ ਕਰੀਏ ਤਾਂ ਸਮਾਨਤਾ ਦਾ ਜਿਹੜਾ ਕਨਸੈਪਟ ਹੈ ਉਹਦਾ ਜਨਮ ਅਸਮਾਨੀ ਸਿਸਟਮ ਤੋਂ ਹੋਇਆ, ਜਾਂ ਉਹਦਾ ਜਿਹੜਾ ਜਨਮ ਹੈ ਅਸਮਾਨੀ ਜਿਹੜੀਆਂ ਪਰਿਸਥਿਤੀਆਂ ਹੁੰਦੀਆਂ ਤਾਂ ਹੀ ਅਸੀਂ ਜਿਹੜਾ ਹੈਗਾ ਸਮਾਨਤਾ ਦੀ ਗੱਲ ਕਰੀਏ। ਹੁਣ ਇਹਦੇ ਵਿੱਚ ਇਹ ਹੈਗਾ ਕਿ ਸਾਰੇ ਨਾਗਰਿਕਾਂ ਨੂੰ ਜਿਹੜਾ ਇਕੁਅਲ ਟ੍ਰੀਟ ਕਰਨ ਦਾ ਮਤਲਬ ਨਹੀਂ ਹੈ। ਹੁਣ ਮੈਂ ਤਾਂ ਇੱਕ ਬਹੁਤ ਸਧਾਰਨ ਜਿਹੀ ਉਦਾਹਰਨ ਨਾਲ ਇਹ ਚੀਜ਼ ਸਮਝਾਉਣਾ ਹੁੰਦਾ ਕਿ ਮੰਨ ਲਓ ਇੱਕ ਰਬੜ ਬੈਂਡ, ਠੀਕ ਹੈ ਜੀ, ਉਹਨੂੰ ਅਗਰ ਅਸੀਂ ਇੱਦਾਂ ਖਿੱਚੀਏ, ਠੀਕ ਹੈ, ਫਿਰ ਛੱਡ ਦਈਏ ਤਾਂ ਉਹ ਆਪਣੀ ਜਗ੍ਹਾ 'ਤੇ ਇੱਦਾਂ ਹੁੰਦਾ। ਠੀਕ ਹੈ। ਇਹਦਾ ਮਤਲਬ ਇਹ ਹੈ, ਸਮਾਨਤਾ ਦਾ ਮਤਲਬ ਇਹ ਨਹੀਂ ਹੈ ਕਿ ਅਸੀਂ ਸਾਰਿਆਂ ਨੂੰ ਰਬੜ ਬੈਂਡ ਦੀ ਤਰ੍ਹਾਂ ਖਿੱਚ ਕੇ ਬਰਾਬਰ ਕਰਨਾ, ਇਹ ਮਤਲਬ ਨਹੀਂ ਹੈ ਸਮਾਨਤਾ। ਸਮਾਨਤਾ ਦਾ ਇੱਥੇ ਅਰਥ ਹੈ ਕਿ ਕਿਸੇ ਵੀ ਤਰ੍ਹਾਂ ਦਾ ਭੇਦਭਾਵ ਨਹੀਂ ਹੋਣਾ ਚਾਹੀਦਾ। ਸਮਾਨਤਾ ਡਿਸਕ੍ਰਿਮੀਨੇਸ਼ਨ ਨੂੰ ਆਰਟੀਕਲ 15 ਜਿਹੜਾ ਹੈਗਾ ਕਨਸਟੀਟਿਊਸ਼ਨ ਦਾ, ਉਹਦੇ ਵਿੱਚ ਉਹਦੀ ਨਹੀਂ। ਫਿਰ ਤੁਹਾਨੂੰ ਪਤਾ ਹੈ ਕਿ ਜਦੋਂ ਅੰਗਰੇਜ਼ ਭਾਰਤ ਉੱਤੇ ਰਾਜ ਕਰ ਰਹੇ ਸੀ ਜਾਂ ਉਸ ਤੋਂ ਪਹਿਲਾਂ ਵੀ ਜਿਹੜੇ ਨਿਚਲੇ ਸਮਾਜ ਦੇ ਲੋਕ ਸੀਗੇ ਉਹਨਾਂ ਦੇ ਨਾਲ ਜਿਹੜਾ ਹੈ ਭੇਦਭਾਵ ਕੀਤਾ ਜਾਂਦਾ ਸੀਗਾ। ਮਤਲਬ ਉਹਨਾਂ ਨੂੰ ਜਿਹੜਾ ਸੀਗਾ ਉਹਨਾਂ ਦੇ ਜਿਹੜੇ ਖੂਹ ਹੁੰਦੇ ਸੀਗੇ ਉਹਨਾਂ ਤੋਂ ਪਾਣੀ ਨਹੀਂ ਲੈਣ ਦਿੱਤਾ ਜਾਂਦਾ ਸੀ, ਉਹਨਾਂ ਦੇ ਪੂਜਾ ਸਥਲਾਂ ਦੇ ਵਿੱਚ ਨਹੀਂ ਜਾਣ ਦਿੱਤਾ ਸੀ ਦੇ ਦਿੱਤਾ ਸੀ। ਉਹ ਸਿਰਫ ਉਹ ਜਿਹੜੇ ਸੀਗੇ ਉਹ ਇਹੋ ਜਿਹੇ ਨਾਗਰਿਕ ਸੀਗੇ ਜਾਂ ਵਿਅਕਤੀ ਸੀਗੇ, ਉਹਨਾਂ ਨੂੰ ਧੁਤਕਾਰਿਆ ਜਾਂਦਾ ਸੀ, ਅਗਰ ਹੁਣ ਪੰਜਾਬੀ 'ਚ ਕਹਿੰਦੇ। ਸੋ ਜਿਹੜੀ ਛੂਆਛਾਤ ਸੀਗੀ, ਛੂਆਛਾਤ ਦੀ ਵੀ ਮਨਾਹੀ ਆਰਟੀਕਲ 17 ਦੇ ਵਿੱਚ ਕੀਤੀ ਗਈ ਹੈ। ਸੋ ਇਕੁਐਲਿਟੀ ਦਾ ਮਤਲਬ ਹੈ ਕਿ ਸਾਰਿਆਂ ਨੂੰ ਬਰਾਬਰ ਦੇ ਮੌਕੇ ਦੇਣ, ਚਾਹੇ ਉਹ ਨੌਕਰੀਆਂ ਹੋਣ, ਚਾਹੇ ਹੋਰ ਕੋਈ ਵਿਵਸਥਾ, ਚਾਹੇ ਪੜ੍ਹਾਈ ਦੀ ਵਿਵਸਥਾ ਹੋਵੇ, ਚਾਹੇ ਹੋਰ ਕੁਝ ਹੋਵੇ। ਸੋ ਉਹਦੇ ਵਿੱਚ ਬਰਾਬਰ ਦੇ ਮੌਕੇ ਪ੍ਰਦਾਨ ਕਰਨਾ। ਸਮਾਨਤਾ ਦਾ ਅਰਥ ਇਹ ਨਹੀਂ ਹੈ ਕਿ ਸਾਰੇ ਨਾਗਰਿਕਾਂ ਨੂੰ ਬਰਾਬਰ ਕਰ ਦੇਣਾ, ਹੋ ਵੀ ਨਹੀਂ ਸਕਦਾ, ਕਿਉਂਕਿ ਬਾਏ ਬਰਥ ਜਿਹੜੇ ਲੋਕ ਨੇ ਉਹ ਇੱਕੋ ਜਿਹੇ ਨਹੀਂ ਹੁੰਦੇ। ਉਹਨਾਂ ਦੀ ਸੋਚਣ ਦੀ ਜਿਹੜੀ ਪ੍ਰਕਿਰਿਆ ਅਲੱਗ ਹੈ, ਉਹਨਾਂ ਦੇ ਵਿਚਾਰ ਜਿਹੜੇ ਆ ਅਲੱਗ ਹੈ, ਉਹਨਾਂ ਦੀਆਂ ਜਿਹੜੀਆਂ ਸਾਰੀਆਂ ਚੀਜ਼ਾਂ ਹੈਗੀਆਂ ਅਲੱਗ। ਸੋ ਅਗਰ ਅਸੀਂ ਗੱਲ ਕਰੀਏ ਇਕੁਐਲਿਟੀ ਦਾ ਮਤਲਬ ਇੱਥੇ ਇਹੀ ਹੈ ਕਿ ਮੰਨ ਲਓ ਜੌਬਸ ਹੈ, ਜੌਬਸ ਦੇ ਵਿੱਚ ਵੀ ਉਹਨਾਂ ਨੂੰ ਓਪਰਚੁਨਿਟੀ ਦੇਣਾ ਤਾਂ ਕਿ ਉਹ ਸਮਾਜ ਦੇ ਵਿੱਚ ਜਿਹੜਾ ਹੈਗਾ ਹੁਣ ਅਗਲੀ ਸਲਾਈਡ ਵੱਲ ਅਸੀਂ ਜਿਹੜਾ ਹੈਗਾ ਹੁਣ ਅਗਲਾ ਸ਼ਬਦ ਜਿਹੜਾ ਹੈ ਪ੍ਰੀਐਂਬਲ ਦੇ ਟੈਕਸਟ ਦੇ ਵਿੱਚ ਯੂਜ਼ ਕੀਤਾ ਗਿਆ ਹੈ ਉਹ ਹੈਗਾ ਲਿਬਰਟੀ। The preamble also mentioned about liberty of thought and expression. These freedoms have been guaranteed in the Constitution through fundamental rights. Liberty, ठीक है जी, मतलब कि ਜਿਹੜਾ ਪ੍ਰੀਐਂਬਲ ਹੈ ਉਹ ਹਰ ਨਾਗਰਿਕ ਨੂੰ ਜਿਹੜਾ ਹੈ ਸੁਤੰਤਰਤਾ ਜਿਹੜਾ ਹੈ ਉਹ ਪ੍ਰਦਾਨ ਕਰਦਾ ਹੈ। ਠੀਕ ਹੈ ਜੀ। ਹੁਣ ਟੈਕਸਟ ਆਫ ਪ੍ਰੀਐਂਬਲ ਦੇ ਜਿਹੜਾ ਅਗਰ ਅਸੀਂ ਭਰਾਤਰੀ ਭਾਵ ਦੀ ਗੱਲ ਕਰੀਏ, ਅਗਲਾ ਸ਼ਬਦ ਦੀ ਜਿਹੜੀ ਵਰਤੋਂ ਕੀਤੀ ਗਈ ਭਰਾਤਰੀ ਭਾਵ। ਸੋ ਇਹਦਾ ਬੈਕਗਰਾਊਂਡ ਕੀ ਸੀਗਾ? ਇਨ ਦੀ ਬੈਕਗਰਾਊਂਡ ਇੰਡੀਆ ਇਜ਼ ਅ ਮਲਟੀਲਿੰਗੁਅਲ, ਮਲਟੀਕਲਚਰਲ ਐਂਡ ਮਲਟੀ ਰਿਲੀਜੀਅਸ ਸੋਸਾਇਟੀ।
Keeping in view the partition of the country, the framers of the constitution were very much concerned about the unity and integrity of our newly independent country. There was a need for harmonious coexistence among various religions, linguistic, cultural, and economic groups, inclusion of races, like dignity of individuals, fraternity among the people, and unity and integrity of nation in the preamble highlighted as fraternity ਦਾ ਮਤਲਬ ਹੁੰਦਾ ਭਰਾਤਰੀ। ਹੁਣ ਸਾਡੇ ਦੇਸ਼ ਦੇ ਜਿਹੜੀ ਪ੍ਰਸਤਾਵਨਾ ਹੈ ਸੰਵਿਧਾਨ ਦੀ ਉਹਦੇ ਵਿੱਚ ਭਰਾਤਰੀ ਭਾਵ ਉੱਤੇ ਬਹੁਤ ਜ਼ੋਰ ਦਿੱਤਾ ਗਿਆ। ਇਸੇ ਕਰਕੇ ਮੈਂ ਤੁਹਾਨੂੰ ਅੱਗੇ ਵੀ ਦੱਸਿਆ ਕਿ ਜਿਹੜਾ ਯੂਨਿਟੀ ਐਂਡ ਇੰਟੈਗਰਿਟੀ ਆਫ ਨੇਸ਼ਨ ਵਰਡ ਸੀਗਾ ਉਹਨੂੰ 42ਵੇਂ ਸੰਸ਼ੋਧਨ ਰਾਹੀਂ ਭਾਰਤ ਦੇ ਸੰਵਿਧਾਨ ਦੇ ਵਿੱਚ ਇਨਕਲੂਡ ਕੀਤਾ ਹੈ। ਉਹਦੇ ਇਨਕਲੂਡ ਕਰਨ ਦਾ ਪਰਪਸ ਕੀ ਸੀ, ਉਹਦੇ ਇਨਕਲੂਡ ਕਰਨ ਦਾ ਉਦੇਸ਼ ਕੀ ਸੀ? ਉਹਦੇ ਇਨਕਲੂਡ ਕਰਨ ਦਾ ਉਦੇਸ਼ ਇਹ ਹੈ ਕਿ ਭਾਰਤ ਇੱਕ ਜਿਹੜਾ ਬਹੁ ਭਾਸ਼ਾ ਬੋਲਣ ਵਾਲਾ ਦੇਸ਼ ਹੈ, ਉਹਦਾ ਬਹੁ ਸੱਭਿਆਚਾਰ ਹੈ, ਉਹਦੇ ਵਿੱਚ ਕਈ ਤਰ੍ਹਾਂ ਦੇ ਧਰਮ ਜਿਹੜੀਆਂ ਆਸਥਾਵਾਂ ਹੈ ਉਹ ਪਾਈਆਂ ਜਾਂਦੀਆਂ। ਸੋ ਕਹਿਣ ਦਾ ਮਤਲਬ ਇਹ ਹੈ ਕਿ ਮਤਲਬ ਅਸੀਂ ਜਿਹੜਾ ਹੈ ਯੂਨਿਟੀ ਅਗਰ ਏਕਤਾ ਅਖੰਡਤਾ ਉੱਤੇ ਬਲ ਨਹੀਂ ਦੇਵਾਂਗੇ ਤਾਂ ਸਾਡਾ ਦੇਸ਼ ਜਿਹੜਾ ਹੈ ਟੁੱਟ ਜਾਊਗਾ, ਫਿਰ ਰੁੜੂਗਾ। ਇਸ ਕਰਕੇ ਇਹ ਜਿਹੜਾ ਹੈ ਫਰੈਟਰਨਿਟੀ ਵੀ ਬਹੁਤ ਜ਼ਿਆਦਾ ਇੰਪੋਰਟੈਂਟ ਜਿਹੜਾ ਹੈ ਫੀਚਰ ਹੈ ਸਾਡੇ ਪ੍ਰੇਮ ਦਾ। ਠੀਕ ਹੈ ਜੀ, ਨੈਕਸਟ ਸਲਾਈਡ ਬਣਾਉਂਦੇ ਹਾਂ। ਠੀਕ ਹੈ ਜੀ, ਇਹਦੇ ਨਾਲ ਤੁਹਾਡਾ ਇਹ ਜਿਹੜਾ ਕੁਐਸਚਨ ਹੈਗਾ ਉਹ ਖਤਮ ਹੁੰਦਾ ਹੈ। ਇਹਦੀ ਜਿਹੜੀ ਆਲੋਚਨਾ ਹੈ ਉਹ ਤੁਸੀਂ ਬੁੱਕਸ ਦੇ ਵਿੱਚੋਂ ਜਿਹੜਾ ਹੈਗਾ ਪੜ੍ਹ ਲਈਓ। ਤਾਂ ਆਪਾਂ ਜਿਹੜਾ ਲਾਈਵ ਕਲਾਸ ਹੈ ਉਹਦੇ ਵਿੱਚ ਡਿਸਕਸ ਕਰਾਂਗੇ, ਔਰ ਲਾਈਵ ਕਲਾਸ ਵਾਸਤੇ ਇਹ ਦੋਨੋਂ ਕੁਐਸਚਨ ਜਿਹੜੇ ਹੈ ਤੁਸੀਂ ਪੜ੍ਹ ਕੇ ਦੇਖੋ। ਥੈਂਕ ਯੂ ਵੈਰੀ ਮਚ। ਔਰ ਅੱਜ ਦੀ ਅਟੈਂਡੈਂਸ ਵੀ ਤੁਸੀਂ ਸ਼ਾਮ 6:30 ਵਜੇ ਤੱਕ ਜਿਹੜਾ ਹੈ ਪਾ ਸਕਦੇ ਹੋ। ਔਰ ਤੁਸੀਂ ਇਹ ਪੂਰਾ ਵੀਡੀਓ ਸੁਣਨਾ ਹੈ, ਇਹਨੂੰ ਲਾਈਕ ਕਰਨਾ ਹੈ, ਔਰ ਇਹ ਜਿਹੜੇ ਤੁਹਾਡੇ ਦੋਸਤ ਅਤੇ ਮਿੱਤਰ ਹੈ ਉਹਨਾਂ ਨੂੰ ਤੁਸੀਂ ਹੋਰ ਕਾਲਜਾਂ 'ਚ ਜਿਹੜੇ ਪੜ੍ਹਦੇ ਆ ਉਹਨਾਂ ਨੂੰ ਵੀ ਤੁਸੀਂ ਭੇਜ ਸਕਦੇ ਹੋ। ਉਹਨਾਂ ਨੂੰ ਵੀ ਕਹੋ ਕਿ ਮੇਰਾ ਚੈਨਲ ਜਿਹੜਾ ਹੈਗਾ ਸਬਸਕ੍ਰਾਈਬ ਕਰਨ, ਔਰ ਇਹਦੇ ਨਾਲ ਉਹਨਾਂ ਨੂੰ ਫਾਇਦਾ ਹੀ ਹੋਏਗਾ, ਕੋਈ ਨੁਕਸਾਨ ਨਹੀਂ ਹੋਣਾ। ਥੈਂਕ ਯੂ ਵੈਰੀ ਮਚ ਫॉर ਅਟੈਂਡਿੰਗ ਦਿਸ ਵਰਚੁਅਲ ਕਲਾਸ।